ਹੈਲੋ ਬੱਚਿਓ, ਅੱਜ ਆਪਾਂ ਨਵਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ। ਕੰਪਨੀਜ਼ ਅਕਾਊਂਟ ਫॉर ਅ ਸ਼ੇਅਰ ਕੈਪੀਟਲ। ਕੰਪਨੀ ਕੀ ਹੁੰਦੀ ਆ? ਕੰਪਨੀ ਇੱਕ ਆਰਟੀਫੀਸ਼ੀਅਲ ਪਰਸਨ ਆ ਜਿਹਦੇ ਵਿੱਚ ਬਹੁਤ ਸਾਰੇ ਪਰਸਨਸ ਪੈਸਾ ਇਨਵੈਸਟ ਕਰਦੇ ਆ ਔਰ ਬਿਜ਼ਨਸ ਗਰੋਥ ਕਰਦਾ ਔਰ ਬਿਜ਼ਨਸ ਸਮੂਥਲੀ ਚੱਲਦਾ ਵਾ। ਇਹਨੂੰ ਆਪਾਂ ਹੋਰ ਡੀਪਲੀ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਨੂੰ ਦੇਖੋ ਹੁੰਦਾ ਕੀ ਆ। ਲਾਈਕ ਇੱਕ ਪਰਸਨ ਆ, ਉਹ ਬਿਜ਼ਨਸ ਚਲਾਉਂਦਾ, ਉਸ ਦਾ ਮਾਲਕ ਹੁੰਦਾ, ਉਸ ਨੂੰ ਕਹਿੰਦੇ ਆ ਸੋਲ ਪ੍ਰੋਪਰਾਈਟਰਸ਼ਿਪ, ਸਿੰਗਲ ਓਨਰ, ਹੈ ਨਾ। ਹੁਣ ਉਹ ਬਿਜ਼ਨਸ ਚਲਾਉਂਦਾ ਉਹਨੂੰ ਲੱਗਦਾ ਕਿ ਨਹੀਂ ਮੈਂ ਆਪਣਾ ਬਿਜ਼ਨਸ ਵਧਾ ਲਵਾਂ, ਤਾਂ ਉਹ ਆਪਣੇ ਫਰੈਂਡ ਕੋਲੇ ਜਾਂਦਾ ਜੀ ਜੇ ਆਪਾਂ ਰਲ ਮਿਲ ਕੇ ਕੰਮ ਕਰੀਏ ਤਾਂ ਆਪਾਂ ਆਪਣੇ ਬਿਜ਼ਨਸ ਦੇ ਵਿੱਚ ਦੇਖੋ ਮੇਰਾ ਇੰਨਾ ਵਧੀਆ ਬਿਜ਼ਨਸ ਚੱਲਦਾ, ਜੇ ਆਪਾਂ ਇਸ ਨੂੰ ਤੁਸੀਂ ਮੇਰੇ ਬਿਜ਼ਨਸ 'ਚ ਪੈਸਾ ਇਨਵੈਸਟ ਕਰੋ, ਆਪਾਂ ਪਾਰਟਨਰ ਬਣ ਕੇ ਬਿਜ਼ਨਸ ਚਲਾਈਏ ਤਾਂ ਆਪਣਾ ਬਿਜ਼ਨਸ ਬਹੁਤ ਗਰੋ ਕਰੂਗਾ। ਉਹ ਦੋ ਪਾਰਟਨਰ ਬਣ ਜਾਂਦੇ ਆ, ਪਾਰਟਨਰਸ਼ਿਪ ਫਰਮ ਬਣ ਜਾਂਦੀ ਆ। ਉਹ ਪਾਰਟਨਰਸ ਆਪਣਾ ਬਿਜ਼ਨਸ ਚਲਾਉਂਦੇ ਨੇ, ਉਹ ਹੋਰ ਵਧਾਉਂਦੇ ਨੇ। ਪਾਰਟਨਰਸ 3 4 5 10 15 20 ਪਾਰਟਨਰਸ ਕੀ ਆ ਇਨਕਰੀਜ਼ ਕਰਦੇ ਆ। ਬਟ ਪਾਰਟਨਰਸ਼ਿਪ ਦੀ ਇੱਕ ਲਿਮਿਟ ਆ ਕਿ ਨੰਬਰ ਆਫ ਸਪੋਜ਼ ਕਰੋ, ਮੈਂ ਐਗਜ਼ੈਕਟਲੀ ਨਹੀਂ ਤੁਹਾਨੂੰ ਦੱਸ ਰਿਹਾ ਕਿ ਸਪੋਜ਼ ਕਰੋ ਨੰਬਰ ਆਫ ਪਰਸਨਸ 50 ਕਿ ਮੈਕਸਿਮਮ 50 ਪਰਸਨਸ ਤੋਂ ਜ਼ਿਆਦਾ ਆਪਾਂ ਕੀ ਆ ਪਾਰਟਨਰਸ ਨਹੀਂ ਬਣਾ ਸਕਦੇ ਪਾਰਟਨਰਸ਼ਿਪ ਦੇ ਅੰਦਰ, ਜਾਂ 20 ਤੋਂ ਜ਼ਿਆਦਾ ਨਹੀਂ ਬਣਾ ਸਕਦੇ। ਇਹ ਇੱਕ ਲਿਮਿਟ ਆ ਗਈ। ਹੋ ਸਕਦਾ ਮੇਰਾ ਬਿਜ਼ਨਸ ਬਹੁਤ ਵਧੀਆ ਚੱਲ ਪਵੇ ਔਰ ਮੈਂ ਉਸ ਬਿਜ਼ਨਸ ਨੂੰ ਪੰਜਾਬ ਲੈਵਲ ਤੇ ਚਲਾਉਣਾ ਚਾਹੁੰਦਾ ਜਾਂ ਇੰਡੀਆ ਲੈਵਲ ਤੇ ਲੈ ਕੇ ਜਾਣਾ ਚਾਹੁੰਦਾ, ਸੋ ਉਹਦੇ ਲਈ ਫਿਰ ਮੈਨੂੰ ਇੱਕ ਲਿਮਿਟਡ ਹੋ ਗਈ ਨਾ ਪਾਰਟਨਰਸ਼ਿਪ। ਸੋ ਫਿਰ ਮੈਂ ਕੀ ਡਿਸਾਈਡ ਕਰਦਾ, ਨਹੀਂ ਜੀ ਆਪਾਂ ਹੁਣ ਪਾਰਟਨਰਸ਼ਿਪ ਨਹੀਂ, ਆਪਾਂ ਇਸ ਨੂੰ ਕੰਪਨੀ 'ਚ ਕਨਵਰਟ ਕਰਦੇ ਹਾਂ ਜੀ। ਅਸੀਂ ਤਾਂ ਹੁਣ ਕੰਪਨੀ ਚਲਾਉਣੀ ਆ, ਕਿਉਂਕਿ ਕੰਪਨੀ ਦੇ ਅੰਦਰ ਜਿੰਨਾ ਮਰਜ਼ੀ ਲੋਕ ਹੋਣ, ਮਿਨੀਮਮ 2 ਪਰਸਨਸ ਚਾਹੀਦੇ ਆ, ਮੈਕਸੀਮਮ ਕਿੰਨੇ ਵੀ ਹੋ ਸਕਦੇ ਨੇ, 5 10 20 50 60, मतलब कोई लिमिट नहीं कि नॉट रिस्ट्रिक्टेड कि नंबर ऑफ पर्सनस ही होने चाहिए, मैक्सिमम कोई लिमिटेशन नहीं गी। सो जे मैं अपने बिजनेस ਨੂੰ ग्रो करना ਤਾਂ मैं कंपनी ਨੂੰ ਪ੍ਰੈਫਰ ਕਰੂੰਗਾ। ਕਲੀਅਰ ਬੱਚਿਓ? ਹੁਣ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਕੰਪਨੀ ਆਪਾਂ ਪਾਰਟਨਰਸ਼ਿਪ ਚੱਲ ਰਹੀ ਆ ਵਧੀਆ, ਇੰਨਾ ਕੁਝ ਪਾਰਟਨਰਸ਼ਿਪ ਬਾਰੇ ਪੜ੍ਹ ਲਿਆ, ਬਟ ਉਸ ਤੋਂ ਬਾਅਦ ਵੀ ਆਪਾਂ ਨੂੰ ਕੰਪਨੀ ਦੀ ਕਿਉਂ ਲੋੜ ਪੈਂਦੀ ਆ? ਤਾਂ ਉਹਦੇ ਪਿੱਛੇ ਬੇਸਿਕ ਰੀਜ਼ਨ ਇਹੀ ਆ ਕਿ ਇਹਦੇ ਵਿੱਚ ਨੰਬਰ ਆਫ ਪਾਰਟਨਰਸ ਨੇ ਜਾਂ ਨੰਬਰ ਆਫ ਪਰਸਨਸ ਜੋ ਪੈਸਾ ਇਨਵੈਸਟ ਕਰਦੇ ਆ ਪਾਰਟਨਰਸ਼ਿਪ ਦੇ ਅੰਦਰ, ਉਹ ਲਿਮਿਟਡ ਹੁੰਦੇ ਨੇ ਔਰ ਕੰਪਨੀ ਅੰਦਰ ਅਨਲਿਮਿਟਡ ਹੁੰਦੇ ਨੇ। ਕਲੀਅਰ ਬੱਚਿਓ? ਸੋ ਇਹ ਸੀਗਾ ਕਿ ਆਪਾਂ ਨੂੰ ਪਾਰਟਨਰਸ਼ਿਪ ਦੀ ਲੋੜ ਤੋਂ ਸਿਵਾਏ ਕੰਪਨੀ ਦੀ ਲੋੜ ਕਿਉਂ ਪੈਂਦੀ ਆ। ਹੁਣ ਹੁੰਦਾ ਕੀ ਆ ਕੰਪਨੀ, ਇਹਦੇ ਬਾਰੇ ਜ਼ਰੂਰ ਪੜ੍ਹਨਾ ਪੈਣਾ ਆਪਾਂ ਨੂੰ, ਤਾਂ ਹੀ ਆਪਣੇ ਬੇਸਿਕ ਕਨਸੈਪਟ ਕਲੀਅਰ ਹੋਣਗੇ। ਹਾਂਜੀ ਬੱਚੋ, ਸਟਾਰਟ ਕਰਦੇ ਹਾਂ। मीनिंग ऑफ अ कंपनी, इट इज एन एंटिटी इनकॉर्पोरेटेड थ्रू अ प्रोसेस ऑफ लॉ फॉर अंडरटेकिंग अ बिजनेस। कहता कंपनियां जिवें पार्टनरशिप की सी, दो बंदे मिले, उन्होंने काम स्टार्ट करता जी, चाहे रजिस्टर करवाओ चाहे ना करवाओ, पर कंपनी दे अंदर आपां नूं इनकॉर्पोरेशन मीनस कंपनी रजिस्टर करवाउणी ही पैंदी आ थ्रू अ प्रोसेस ऑफ लॉ, मीनस अकॉर्डिंग टू द कंपनीज एक्ट 2013 ਬਣਿਆ ਹੋਇਆ ਵਾ। ਆਪਾਂ ਨੂੰ ਕਦੇ ਵੀ ਕੋਈ ਕੰਪਨੀ ਚਲਾਉਣੀ ਹੈ ਤਾਂ ਆਪਾਂ ਨੂੰ ਉੱਥੇ ਜਾ ਕੇ ਇਸ ਲਾਅ ਦੇ ਅੰਡਰ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਆ। ਸੋ ਕੰਪਨੀ ਹੁੰਦੀ ਕੀ ਆ? ਇਟਸ ਐਨ ਆਰਟੀਫੀਸ਼ੀਅਲ ਪਰਸਨ ਡਿਸਟਿੰਕਟ ਐਂਡ ਸੈਪਰੇਟ ਫਰੋਮ ਇਟਸ ਮੈਂਬਰ। ਬੱਚੇ ਕੰਪਨੀ ਕੀ ਇੱਕ ਆਰਟੀਫੀਸ਼ੀਅਲ ਪਰਸਨ ਆ। ਆਰਟੀਫੀਸ਼ੀਅਲ ਪਰਸਨ ਮੀਨਸ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦਿੰਦਾ, ਰਿਲਾਇੰਸ ਕੰਪਨੀ ਲਗਾ ਲਓ, ਅੰਬਾਨੀ ਅਲੱਗ ਆ, ਰਿਲਾਇੰਸ ਕੰਪਨੀ ਅਲੱਗ ਆ। ਇਹਦੇ ਪਿੱਛੇ ਰੀਜ਼ਨਸ ਕੀ ਨੇ ਉਹ ਵੀ ਮੈਂ ਤੁਹਾਨੂੰ ਦੱਸੂਗਾ। ਦੈਨ ਰਤਨ ਅਲੱਗ ਆ, ਰਤਨ ਟਾਟਾ ਉਹਦਾ ਕੰਪਨੀ ਹੈ ਜਿਹੜੀ ਉਹ ਅਲੱਗ ਆ। ਕਲੀਅਰ ਬੱਚੇ? ਸੋ ਹੋਰ ਲਾਈਕ ਮੇਰੀ ਕੋਈ ਕੰਪਨੀ ਹੋਵੇ XYZ ਲਿਮਟਿਡ ਕੰਪਨੀ, XYZ ਲਿਮਟਿਡ ਕੰਪਨੀ ਅਲੱਗ ਹੋਊਗੀ, ਦੈਨ ਪ੍ਰਭਜੀਤ ਅਲੱਗ ਹੋਊਗਾ। ਕਲੀਅਰ ਬੱਚੋ? ਇਹ ਅਲੱਗ ਅਲੱਗ ਆ, ਸੈਪਰੇਟ ਫਰੋਮ ਇਟਸ ਮੈਂਬਰ ਹੂ ਆਰ ਨੋਨ ਐਜ਼ ਸ਼ੇਅਰ ਹੋਲਡਰ। ਇਹ ਸ਼ੇਅਰ ਹੋਲਡਰ ਕੀ ਹੁੰਦੇ ਨੇ ਆਪਾਂ ਇੱਥੇ ਤੱਕ ਪਹੁੰਚਦੇ ਹਾਂ। ਪਹਿਲੀ ਗੱਲ ਇਹ ਕਲੀਅਰ ਕਰੋ ਕਿ ਮਾਲਕ ਤੇ ਉਹਦੀ ਕੰਪਨੀ ਬੱਚੇ ਅਲੱਗ-ਅਲੱਗ ਨੇ ਦੋਨੋਂ। ਕਲੀਅਰ? ਹੁਣ ਸਪੋਜ਼ ਕਰੋ ਇੱਥੇ ਕਿ ਕੱਲ ਨੂੰ ਅੰਬਾਨੀ ਜਿਹੜੀ ਰਿਲਾਇੰਸ ਕੰਪਨੀ ਆ ਉਹਦੇ ਤੇ ਕੋਈ ਕੇਸ ਫਾਈਲ ਹੋ ਜਾਂਦਾ, ਕੋਈ ਫਰਾਡ ਨੂੰ ਲੈ ਕੇ, ਵਟਐਵਰ ਕਿਸੇ ਚੀਜ਼ ਨੂੰ ਵੀ ਲੈ ਕੇ, ਤਾਂ ਉਹ ਜਿਹੜਾ ਕੇਸ ਆ ਉਹ ਰਿਲਾਇੰਸ ਕੰਪਨੀ ਤੇ ਆ, ਨਾ ਕਿ ਅੰਬਾਨੀ ਦੇ ਉੱਪਰ। ਅੰਬਾਨੀ ਦੀ ਪਰਸਨਲ ਲਾਈਫ ਤੇ ਦਾ ਕੋਈ ਇਫੈਕਟ ਨਹੀਂ ਪਊਗਾ। ਹਾਂ, ਜਿਹੜਾ ਕੇਸ ਚੱਲੂਗਾ ਉਹ ਕੰਪਨੀ ਦੇ ਉੱਪਰ ਚੱਲੂਗਾ, ਕੰਪਨੀ ਦੇ ਨਾਮ ਦੇ ਉੱਪਰ ਚੱਲੂਗਾ, ਰਿਲਾਇੰਸ ਕੰਪਨੀ ਤੇ ਚੱਲੂ, ਨਾ ਕਿ ਅੰਬਾਨੀ ਦੇ ਉੱਪਰ ਚੱਲੂਗਾ। ਹੁਣ ਇਹ ਹੁੰਦਾ ਕਿਉਂ ਆ? ਪਹਿਲਾਂ ਇਹ ਗੱਲ ਸਮਝੋ। ਅਸਲ ਦੇ ਵਿੱਚ ਹੁੰਦਾ ਕੀ ਆ ਬੱਚੇ, ਇੱਕ ਬੜਾ ਅਮੀਰ ਬੰਦਾ, ਮੇ ਬੀ ਉਹ ਵੈਲ ਐਜੂਕੇਟਡ ਨਹੀਂ ਗਾ, ਬਟ ਉਹਦੇ ਕੋਲ ਪੈਸਾ ਬਹੁਤ ਆ। ਉਹ ਕੀ ਕਰਦਾ,
ਉਹ 2-3 ਬੰਦਿਆਂ ਨੂੰ ਹੋਰ ਫੜਦਾ ਜੀ ਆਪਾਂ ਮਿਲ ਕੇ ਬਿਜ਼ਨਸ ਚਲਾਉਂਦੇ ਆ। ਬਿਜ਼ਨਸ ਚਲਾਉਣ ਦੇ ਲਈ ਤਾਂ ਦਿਮਾਗ ਚਾਹੀਦਾ, ਇੱਕ ਮੈਨੇਜਮੈਂਟ ਆਉਣੀ ਚਾਹੀਦੀ ਆ। ਸੋ ਕੀ ਕਹਿੰਦਾ, ਆਪਾਂ ਤਾਂ ਸਿਰਫ ਪੈਸਾ ਇਨਵੈਸਟ ਕਰਦੇ, ਆਪਾਂ ਵਧੀਆ ਵਧੀਆ ਪਰਸਨਸ ਹਾਇਰ ਕਰਦੇ ਆ, ਵਧੀਆ CEO ਮੈਨੇਜਰਸ ਨੂੰ ਇੱਕ ਪ੍ਰੋਪਰ ਮੈਨੇਜਮੈਂਟ ਬਣਾਉਂਦੇ ਆ, ਉਹ ਬਿਜ਼ਨਸ ਚਲਾਊਗੀ। ਆਪਾਂ ਤਾਂ ਜਸਟ ਬੈਠ ਕੇ ਪ੍ਰੋਫਿਟ ਖਾਣਾ, ਕਿਉਂਕਿ ਆਪਾਂ ਪੈਸਾ ਇਨਵੈਸਟ ਕਰ ਰਹੇ ਹਾਂ। ਸੋ ਬੱਚੋ, ਮੈਨੇਜਮੈਂਟ ਦੇ ਵਿੱਚ ਕੰਪਨੀ ਦੀ ਜਿਹੜੀ ਮੈਨੇਜਮੈਂਟ ਆ ਉਹਦੇ ਵਿੱਚ ਜਿਹੜਾ ਮਾਲਕ ਆ ਉਹਦਾ ਕੋਈ ਰੋਲ ਨਹੀਂ ਹੁੰਦਾ, ਉਹ ਤਾਂ ਜਸਟ ਪ੍ਰੋਫਿਟਸ ਨੂੰ ਲੈਂਦਾ ਹੁੰਦਾ। ਸੋ ਜਿਹੜਾ ਕੇਸ ਫਾਈਲ ਹੁੰਦਾ ਵਾ, ਜੇ ਕੋਈ ਕੱਲ ਨੂੰ ਫਰਾਡ ਹੁੰਦੇ ਆ ਤਾਂ ਉਹ ਕੰਪਨੀ ਦੇ ਉੱਪਰ ਹੁੰਦਾ, ਜਿਹੜਾ ਮਾਲਕ ਆ ਉਹਦੇ ਉੱਪਰ ਨਹੀਂ ਹੁੰਦਾ ਵਾ। ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਊਗੀ। ਕਲੀਅਰ। ਹੁਣ ਆਪਾਂ ਟਾਈਪਸ ਆਫ ਕੰਪਨੀਜ਼ ਪੜ੍ਹਦੇ ਹਾਂ। ਹਾਂਜੀ ਬੱਚੇ, ਨੈਕਸਟ ਕੀ ਆ, ਟਾਈਪਸ ਆਫ ਕੰਪਨੀ। ਟਾਈਪਸ ਆਫ ਕੰਪਨੀ ਵਿੱਚ ਵੈਸੇ ਤਾਂ ਬਹੁਤ ਤਰ੍ਹਾਂ ਦੀ ਹੁੰਦੀ ਆ, ਬਟ ਤੁਹਾਡੇ ਇਸ ਬੁੱਕ ਦੇ ਅੰਦਰ, ਇਸ ਚੈਪਟਰ ਦੇ ਅੰਦਰ ਜੋ ਤੁਹਾਡੀ ਰਿਕੁਆਇਰਮੈਂਟ ਆ, ਬੇਸਿਕਲੀ ਆਪਾਂ ਉਹਨਾਂ ਚੀਜ਼ਾਂ ਨੂੰ ਹੀ ਸਮਝਾਂਗੇ। ਵੈਸੇ ਤਾਂ ਬਹੁਤ ਤਰ੍ਹਾਂ ਦੀ ਹੁੰਦੀ ਨਹੀਂ। ਦੈਨ ਇੱਥੇ ਆਪਾਂ ਜਸਟ ਗੱਲ ਕਰਾਂਗੇ 3 ਟਾਈਪਸ ਦੀ, 1 ਪਰਸਨ ਕੰਪਨੀ, ਪ੍ਰਾਈਵੇਟ ਕੰਪਨੀ ਤੇ ਪਬਲਿਕ ਕੰਪਨੀ। ਬੱਚੇ ਇਸ ਚੀਜ਼ ਨੂੰ ਧਿਆਨ ਨਾਲ ਸਮਝ ਲਿਓ। 1 ਪਰਸਨ ਕੰਪਨੀ ਮੀਨਸ ਇੱਕ ਬੰਦਾ ਕੰਪਨੀ ਚਲਾਉਂਦਾ। ਇੱਕ ਬੰਦਾ ਕੰਪਨੀ ਚਲਾਉਂਦਾ ਤਾਂ ਜਿਹੜੀਆਂ ਉਹਦੀਆਂ ਲਾਇਬਿਲਿਟੀਜ਼ ਨੇ ਉਹ ਕੀ ਹੋਣਗੀਆਂ, ਅਨਲਿਮਿਟਿਡ। ਕਲੀਅਰ। ਇਹ ਵੀ ਪਹਿਲਾਂ ਨਹੀਂ ਸੀ, ਇਹ 2013 ਦੇ ਵਿੱਚ ਜਦੋਂ ਕੰਪਨੀਜ਼ ਅਮੈਂਡਮੈਂਟ ਐਕਟ ਹੋਇਆ, ਮਤਲਬ ਐਕਟ ਦੇ ਅੰਦਰ ਚੇਂਜਸ ਆਈਆਂ, ਉਦੋਂ 1 ਪਰਸਨ ਕੰਪਨੀ ਕੀ ਆ ਸਟੈਬਲਿਸ਼ ਕਰਨ ਦੇ ਵਿੱਚ ਲਾਅ ਬਣਿਆ। ਉਸ ਤੋਂ ਪਹਿਲਾਂ ਇਸ 1 ਪਰਸਨ ਕੰਪਨੀ ਸੀਗਾ ਹੀ ਨਹੀਂ। ਚਲੋ ਨੈਕਸਟ ਹੈਗਾ ਪ੍ਰਾਈਵੇਟ ਕੰਪਨੀ ਐਂਡ ਥਰਡ ਵਨ ਇਜ਼ ਪਬਲਿਕ ਕੰਪਨੀ। ਸੋ ਪ੍ਰਾਈਵੇਟ ਕੰਪਨੀ ਕੀ ਹੈ? ਪ੍ਰਾਈਵੇਟ ਕੰਪਨੀ ਕੀ ਹੈ, ਇਹਦੀ ਕੁਝ ਕੰਡੀਸ਼ਨਸ ਹੁੰਦੀਆਂ ਨੇ। ਬੱਚੇ ਇੱਕ ਗੱਲ ਯਾਦ ਰੱਖਿਓ, ਪ੍ਰਾਈਵੇਟ ਕੰਪਨੀ, ਪਬਲਿਕ ਕੰਪਨੀ ਜਾਂ 1 ਪਰਸਨ ਕੰਪਨੀ, ਇਹਦੇ ਅੰਦਰ 2 ਇੰਪੋਰਟੈਂਟ ਡਾਕੂਮੈਂਟਸ ਨੇ। ਉਹ ਕਿਹੜੇ ਨੇ? ਸਭ ਤੋਂ ਪਹਿਲਾਂ ਮੈਂ ਉਹੀ ਲਿਖ ਦਿੰਦਾ। ਇੱਕ ਤਾਂ ਹੈਗਾ AOA, ਇੱਕ ਹੈਗਾ MOA। ਹੁਣ ਇਹ ਹੈ ਕਿ ਆਰਟੀਕਲ ਆਫ ਐਸੋਸੀਏਸ਼ਨ ਤੇ ਸੈਕੰਡ ਹੈਗਾ ਮੈਮੋਰੈਂਡਮ ਆਫ ਐਸੋਸੀਏਸ਼ਨ। ਇਹ ਬੜੇ ਇੰਪੋਰਟੈਂਟ ਡਾਕੂਮੈਂਟਸ ਨੇ ਕੰਪਨੀ ਦੇ। ਜਦੋਂ ਵੀ ਕੰਪਨੀ ਰਜਿਸਟਰ ਹੁੰਦੀ ਆ ਤਾਂ ਉਹਦੇ ਅੰਦਰ ਉਸ ਕੰਪਨੀ ਦੇ ਅੰਦਰ ਜਿੰਨੇ ਪਾਰਟਨਰ ਨੇ, ਜਿੰਨੇ ਮੈਂਬਰਸ ਨੇ, ਕੀ ਉਹਨਾਂ ਦੀਆਂ ਲਿਮਿਟੇਸ਼ਨਸ ਨੇ, ਕੀ ਲਾਇਬਿਲਿਟੀਜ਼ ਨੇ, ਕਿੰਨੀ ਕੈਪੀਟਲ ਆ, ਕੀ ਕਿਹੜਾ ਮੈਂਬਰ ਦਾ ਕਿਹੜਾ ਐਡਰੈਸ ਆ, ਹਰ ਚੀਜ਼ ਪ੍ਰੋਪਰ ਮੈਮੋਰੈਂਡਮ ਆਫ ਐਸੋਸੀਏਸ਼ਨ ਐਂਡ ਆਰਟੀਕਲ ਆਫ ਐਸੋਸੀਏਸ਼ਨ ਦਾ ਡਿਟੇਲ ਸਬਸਕ੍ਰਾਈਬ ਕੀਤਾ ਜਾਂਦਾ। ਹੁਣ ਬੇਸਿਕਲੀ ਹੁੰਦਾ ਕੀ ਆ, ਮੈਮੋਰੈਂਡਮ ਆਫ ਐਸੋਸੀਏਸ਼ਨ ਕੀ ਆ, ਜਦੋਂ ਕੰਪਨੀ ਰਜਿਸਟਰ ਹੁੰਦੀ ਆ ਉਹਦੇ ਅੰਦਰ ਲਿਖਿਆ ਜਾਂਦਾ ਕਿ ਕੰਪਨੀ ਦੀ ਆਥੋਰਾਈਜ਼ਡ ਕੈਪੀਟਲ ਕਿੰਨੀ ਹੋਊਗੀ, ਇਹ ਕੰਪਨੀ ਦੇ ਮੈਂਬਰਸ ਕਿਹੜੇ ਕਿਹੜੇ ਨੇ, ਵਟ ਐਵਰ ਡਿਟੇਲ ਲਿਖੀ ਜਾਂਦੀ ਆ। ਆਰਟੀਕਲ ਆਫ ਐਸੋਸੀਏਸ਼ਨ ਦੇ ਅੰਦਰ ਲਿਖਿਆ ਜਾਂਦਾ ਰੂਲਸ ਐਂਡ ਰੈਗੂਲੇਸ਼ਨ। ਸੋ ਇਹਦੇ ਅੰਦਰ ਆਪਾਂ ਫਰਦਰ ਡਿਸਕਸ ਕਰਾਂਗੇ, ਆਪਾਂ ਇੱਧਰ ਨੂੰ ਨਹੀਂ ਜਾ ਰਹੇ, ਬੜਾ ਲੈਂਥੀ ਟੌਪਿਕ ਆ। ਬੈਕ ਟੂ ਵਰਕ। ਹਾਂਜੀ ਬੱਚੇ, ਪ੍ਰਾਈਵੇਟ ਕੰਪਨੀ ਐਂਡ ਪਬਲਿਕ ਕੰਪਨੀ। ਪ੍ਰਾਈਵੇਟ ਕੰਪਨੀ ਕੀ ਆ, ਮਿਨੀਮਮ ਕੈਪੀਟਲ 1 ਲੱਖ ਰੁਪਇਆ ਹੋਣਾ ਚਾਹੀਦਾ ਤਾਂ ਪ੍ਰਾਈਵੇਟ ਕੰਪਨੀ ਖੁੱਲਦੀ ਆ। ਤੇ ਰਿਸਟ੍ਰਿਕਟਡ ਦਾ ਰਾਈਟ ਟੂ ਟ੍ਰਾਂਸਫਰ ਇਟ ਸ਼ੇਅਰਸ, ਮਤਲਬ ਕੋਈ ਵੀ ਕੰਪਨੀ ਆ ਉਹਦੇ ਅੰਦਰ ਜਿਹੜੇ ਮੈਂਬਰ ਆ, ਸ਼ੇਅਰ ਹੋਲਡਰ ਨੇ, ਇੱਥੇ ਸ਼ੇਅਰ ਹੋਲਡਰ ਵਰਡ ਫਿਰ ਆ ਗਿਆ। ਸ਼ੇਅਰ ਹੋਲਡਰ ਹੁੰਦੇ ਕੀ ਆ, ਜਿਹੜੇ ਪਰਸਨ ਪੈਸਾ ਇਨਵੈਸਟ ਕਰਦੇ ਕੰਪਨੀ ਦੇ ਅੰਦਰ, ਉਹ ਕੀ ਆ ਕਿ ਆਪਣਾ ਜਿਹੜਾ ਟ੍ਰਾਂਸਫਰ ਨਹੀਂ ਕਰ ਸਕਦੇ ਸ਼ੇਅਰ। ਬੱਚੇ ਇਸ ਗੱਲ ਨੂੰ ਧਿਆਨ ਰੱਖਿਓ ਕਿ ਮੈਂਬਰਸ ਜਿਹੜੇ ਪ੍ਰਾਈਵੇਟ ਕੰਪਨੀ ਹੁੰਦੇ ਨੇ ਉਹ ਆਪਣੇ ਸ਼ੇਅਰਸ ਕੀ ਆ ਟ੍ਰਾਂਸਫਰ ਨਹੀਂ ਕਰ ਸਕਦੇ, ਉਹ ਇਹਨਾਂ ਤੇ ਰਿਸਟ੍ਰਿਕਸ਼ਨਸ ਹੁੰਦੀਆਂ ਨੇ। ਥਰਡ ਵਨ, ਨੋ ਇਨਵੀਟੇਸ਼ਨ ਟੂ ਦਾ ਪਬਲਿਕ। ਔਰ ਤੀਸਰਾ ਕਿ ਪਬਲਿਕ ਤੋਂ ਪੈਸਾ ਨਹੀਂ ਇਨਵੈਸਟ ਕਰਵਾ ਸਕਦੀ। ਪ੍ਰਾਈਵੇਟ ਕੰਪਨੀ ਦੀ ਸਭ ਤੋਂ ਵੱਡੀ ਰਿਸਟ੍ਰਿਕਸ਼ਨ ਹੈ ਕਿ ਉਹ ਪਬਲਿਕ ਤੋਂ ਪੈਸਾ ਇਨਵੈਸਟ ਨਹੀਂ ਕਰਵਾ ਸਕਦੀ। ਜਿਹੜੇ ਮੈਂਬਰ ਹੋਣਗੇ ਸਿਰਫ ਉਹੀ ਪੈਸਾ ਇਨਵੈਸਟ ਕਰਨਗੇ ਅਕੋਰਡਿੰਗ ਟੂ देयर ਕੈਪੇਬਿਲਿਟੀਜ਼। ਸੋ ਫੋਰਥ ਵਨ ਕੀ ਹੈ, ਮਿਨੀਮਮ 2 ਮੈਂਬਰ ਹੋਣੇ ਚਾਹੀਦੇ ਆ, ਮੈਕਸੀਮਮ 200 ਹੋ ਸਕਦਾ, ਇਸ ਤੋਂ ਜ਼ਿਆਦਾ ਇਸ ਪ੍ਰਾਈਵੇਟ ਕੰਪਨੀ ਦੇ ਅੰਦਰ ਮੈਂਬਰ ਨਹੀਂ ਹੋ ਸਕਦੇ। ਜੇ ਤੁਸੀਂ ਪਾਰਟਨਰਸ਼ਿਪ ਨਾਲ ਕੰਪੈਰੀਜ਼ਨ ਕਰੋਗੇ ਤਾਂ ਇਹ ਬਹੁਤ ਜ਼ਿਆਦਾ ਨੇ। ਕਲੀਅਰ। ਸੋ ਲਾਸਟ ਵਨ ਬੜਾ ਇੰਪੋਰਟੈਂਟ ਕਿ ਪਹਿਚਾਨ ਕੀ ਆ ਪ੍ਰਾਈਵੇਟ ਲਿਮਿਟਡ। ਜਿਹੜੀ ਵੀ ਕੰਪਨੀ ਪ੍ਰਾਈਵੇਟ ਹੋਊਗੀ ਉਹਦੇ ਪਿੱਛੇ ਲਾਸਟ ਲਿਖਿਆ ਹੋਊਗਾ PVT ਐਂਡ ਲਿਮਿਟਡ। ਕਲੀਅਰ। ਸੋ ਲਾਸਟ ਵਨ ਪਬਲਿਕ ਕੰਪਨੀ। ਪਬਲਿਕ ਕੰਪਨੀ ਕੀ ਆ, ਇਟਸ ਨਾਟ ਅ ਪ੍ਰਾਈਵੇਟ ਕੰਪਨੀ। ਪਬਲਿਕ ਕੰਪਨੀ ਉਹ ਆ ਜਿਹੜੀ ਪ੍ਰਾਈਵੇਟ ਨਹੀਂ ਗੀ, ਜਿਹਦੇ ਅੰਦਰ ਮਿਨੀਮਮ 7 ਮੈਂਬਰ ਹੋਣੇ ਜ਼ਰੂਰੀ ਨੇ। ਯਾਦ ਰੱਖਿਆ ਕਰੋ ਬੱਚੇ, ਬੇਸਿਕਲੀ 1-1 2-2 ਮਾਰਕਸ ਵਿੱਚ ਕੁਐਸਚਨਸ ਆ ਜਾਂਦੇ ਆ, ਬੱਚੇ ਗਲਤ ਕਰਦੇ ਆ। ਮਿਨੀਮਮ ਔਰ ਮੈਕਸਿਮਮ ਦੇ ਬੱਚੇ ਬਹੁਤ ਕਨਫਿਊਜ਼ ਹੁੰਦੇ ਨੇ। ਔਰ ਜਿਹੜੇ ਮੈਕਸਿਮਮ ਪਾਰਟਨਰਸ਼ਿਪ ਆ, ਮੈਕਸਿਮਮ ਨੰਬਰ ਆਫ ਪਰਸਨਸ ਆ ਪਬਲਿਕ ਕੰਪਨੀ ਦੇ ਅੰਦਰ, ਉਹਦੀ ਕੋਈ ਲਿਮਿਟ ਨਹੀਂ ਗੀ, ਜਿੰਨੇ ਮਰਜ਼ੀ ਕਰ ਸਕਦੇ ਨੇ। ਔਰ ਮਿਨੀਮਮ ਜਿਹੜੀ ਕੈਪੀਟਲ ਆ ਉਹ 5 ਲੱਖ ਆ ਬੱਚੇ। ਮਿਨੀਮਮ ਜਿਹੜੀ ਕੈਪੀਟਲ ਆ ਉਹ ਕਿੰਨੀ ਆ, 5 ਲੱਖ। ਕਲੀਅਰ। ਇਹ ਸੀਗੇ ਟਾਈਪਸ ਆਫ ਕੰਪਨੀਜ਼। ਸੋ ਤੁਹਾਨੂੰ ਜਦੋਂ ਕੁਐਸਚਨਸ ਆਉਣਗੇ ਇਹਦੇ ਨਾਲ ਰਿਲੇਟਡ ਨਹੀਂ ਆਪਾਂ ਨੂੰ ਪੁੱਛਿਆ ਜਾਂਦਾ, ਬਟ ਇਹ ਬੇਸਿਕਲੀ ਐਗਜ਼ਾਮਸ ਦੇ ਵਿੱਚ 1-1 2-2 ਮਾਰਕਸ ਦੇ ਵਿੱਚ ਕੁਐਸਚਨ ਆ ਜਾਂਦੇ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਟਾਈਪਸ ਆਫ ਕੰਪਨੀਜ਼ ਕਿਹੜੀਆਂ ਨੇ। ਕਲੀਅਰ ਬੱਚੇ, ਆਈ ਹੋਪ ਹੁਣ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਹੁਣ ਨੈਕਸਟ ਟੌਪਿਕ ਆਪਾਂ ਕਹਾਂਗੇ ਕਿ ਕੰਪਨੀ ਚੱਲਦੀ ਕਿਵੇਂ ਆ।
ਉਹਦੇ ਕੋਲੇ ਪੈਸਾ ਕਿਵੇਂ ਆਉਂਦਾ, ਉਹ ਕਿਵੇਂ ਇਕੱਠਾ ਕਰਦੇ ਆ। ਕਲੀਅਰ ਬੱਚਿਓ? ਸੋ ਥੈਂਕ ਯੂ ਸੋ ਮਚ।